बहुत ही प्यारे विद्यार्थियों, स्वागत है ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਜਮਾਤ 7ਵੀਂ ਵਿਸ਼ਾ ਸੋਸ਼ਲ ਸਾਇੰਸ ਸਮਾਜਿਕ ਵਿਗਿਆਨ ਦੇ ਲਈ ਜੋ ਤੁਹਾਡਾ ਟਰਮ 1 ਦਾ ਪੇਪਰ ਹੋਏਗਾ ਉਹਦੇ ਲਈ ਆਪਾਂ ਇੱਕ ਸੈਂਪਲ ਪੇਪਰ ਤੁਹਾਡੇ ਲਈ ਹੱਲ ਕਰਾਂਗੇ। ਇਹ ਬਿਲਕੁਲ ਤੁਹਾਡੇ ਟਰਮ 1 ਦੇ ਪੇਪਰ ਦੇ ਵਾਂਗ ਹੋਇਆ, ਕੁੱਲ 40 ਅੰਕਾਂ ਦਾ ਹੋਏਗਾ। ਇਸ ਦੇ ਵਿੱਚ ਵੀ ਤੁਹਾਡੇ 40 ਜਿਹੜੇ MCQs ਕੁਐਸਚਨ ਹੋਣਗੇ, ਠੀਕ ਹੈ, ਬਹੁ ਵਿਕਲਪੀ ਪ੍ਰਸ਼ਨ। ਤਾਂ ਆਓ ਆਪਾਂ ਹੱਲ ਕਰਦੇ ਇਹਨਾਂ ਪ੍ਰਸ਼ਨਾਂ ਨੂੰ। ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਧਿਆਨ ਨਾਲ ਵੇਖਣਾ ਗਾ ਤਾਂ ਜੋ ਤੁਹਾਨੂੰ ਸਾਰੇ ਪ੍ਰਸ਼ਨਾਂ ਬਾਰੇ ਪਤਾ ਲੱਗੇ, ਇਹਨਾਂ ਨੂੰ ਤੁਸੀਂ ਸਮਝ ਸਕੋ, ਠੀਕ ਹੈ, ਯਾਦ ਕਰ ਸਕੋ ਤੇ ਤੁਹਾਨੂੰ ਪਤਾ ਲੱਗ ਜਾਏ ਵੀ ਕਿਸ ਪਾਰਟ ਦੇ ਵਿੱਚੋਂ ਸਾਨੂੰ ਕਿਸ ਪ੍ਰਕਾਰ ਦੇ ਪ੍ਰਸ਼ਨ ਆ ਸਕਦੇ ਹੈਗੇ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਆਪਣਾ, ਸੂਰਜ ਦੇ ਕਿਹੜੇ ਗ੍ਰਹਿ ਉੱਤੇ ਵਾਯੂਮੰਡਲ ਨਹੀਂ ਹੈ? ਹਾਂਜੀ, ਤਾਂ ਉਹ ਹੈਗਾ ਬੁੱਧ ਗ੍ਰਹਿ, ਠੀਕ ਹੈ। ਸੂਰਜੀ ਪਰਿਵਾਰ ਦੇ ਵਿੱਚ ਕੁੱਲ 8 ਗ੍ਰਹਿ ਹੈਗੇ, ਇਹਨਾਂ ਦੇ ਵਿੱਚ ਜਿਹੜਾ ਬੁੱਧ ਹੈਗਾ ਉਸ ਦੇ ਉੱਪਰ ਵਾਯੂਮੰਡਲ ਨਹੀਂ ਹੈ। ਪ੍ਰਸ਼ਨ ਨੰਬਰ 2, ਬੱਚਿਓ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਾਨੂੰ ਹੇਠ ਲਿਖੇ ਤਰੀਕਿਆਂ ਵਿੱਚੋਂ ਕਿਹੜਾ ਤਰੀਕਾ ਅਪਣਾਉਣਾ ਚਾਹੀਦਾ ਗਾ? ਹਾਂਜੀ, ਸਾਨੂੰ ਕੀ ਕਰਨਾ ਚਾਹੀਦਾ ਗਾ? ਠੀਕ ਹੈ, ਦੇਖੋ ਸਾਨੂੰ ਪਹਿਲੀ ਆਪਸ਼ਨ ਸਹੀ ਆ ਜਾਏਗੀ, ਰੁੱਖ ਲਗਾਉਣੇ ਚਾਹੀਦੇ ਹੈਗੇ, ਠੀਕ ਹੈ। ਬੇਸ਼ੱਕ ਇਹਦੇ ਫੋਟੋ ਜਿਹੜੀ ਹੋਊਗੀ ਸਾਫ਼ ਨਹੀਂ ਹੈ, ਪਰ ਆਪਸ਼ਨ ਤੋਂ ਸਾਨੂੰ ਕਲੀਅਰ ਹੈਗਾ, ਰੁੱਖ ਲਗਾਉਣ ਦੇ ਨਾਲ ਜਿਹੜਾ ਸਾਡਾ ਵਾਤਾਵਰਨ ਉਸ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕਦਾ ਗਾ। ਦੇਖੋ ਰੁੱਖ ਕੱਟਣੇ ਚਾਹੀਦੇ ਨੇ ਤਾਂ ਆ ਹੀ ਨਹੀਂ ਸਕਦੀ, ਕਾਰਖਾਨੇ ਲਗਾਉਣੇ ਚਾਹੀਦੇ ਨੇ, ਇਹ ਵੀ ਨਹੀਂ ਆ ਸਕਦੀ। ਤਾਂ ਪਹਿਲੀ ਆਪਸ਼ਨ ਆਪਣੇ ਕੋਲ ਸਹੀ ਹੈ। ਪ੍ਰਸ਼ਨ ਨੰਬਰ 3, ਇੱਕ ਦਿਨ ਵਿਕਾਸ ਆਪਣੇ ਪਿਤਾ ਜੀ ਨਾਲ ਸਵੇਰੇ ਸਵੇਰੇ ਸੈਰ ਤੇ ਗਿਆ। ਰਸਤੇ ਵਿੱਚ ਜਾਂਦੇ ਜਾਂਦੇ ਉਸਨੇ ਬਹੁਤ ਸਾਰੇ ਪੇੜ ਪੌਦੇ, ਪੰਛੀ, ਜਾਨਵਰ ਅਤੇ ਬਹੁਤ ਸਾਰੇ ਜੀਵ ਵੇਖੇ। ਕੀ ਤੁਸੀਂ ਦੱਸ ਸਕਦੇ ਹੋਗੇ ਇਹਨਾਂ ਸਾਰੇ ਜੀਵਾਂ ਨੂੰ ਕੀ ਕਿਹਾ ਜਾਂਦਾ ਗਾ? ਹਾਂਜੀ, ਇਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ ਵੀ? ਜੀਵ ਜਗਤ। ਪ੍ਰਸ਼ਨ ਨੰਬਰ 4, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਇਹਨਾਂ ਨੇ ਗਲਤ ਪੁੱਛੇਗਾ। ਪਹਿਲਾ ਕਥਨ ਦੇਖੋ, ਸਮੁੰਦਰੀ ਧਰਾਵਾਂ ਤੇ ਜਵਾਰ ਭਾਟੇ ਨਾਲ ਲੱਗਦੇ ਖੇਤਰਾਂ ਉੱਤੇ ਬਹੁਤ ਪ੍ਰਭਾਵ ਪਾਉਂਦੇ ਨੇ, ਇਹ ਬਿਲਕੁਲ ਸਹੀ ਹੈ। ਮਨੁੱਖ ਨੇ ਆਪਣੇ ਆਲੇ ਦੁਆਲੇ ਨੂੰ ਪ੍ਰਦੂਸ਼ਿਤ ਨਹੀਂ ਕੀਤਾ, ਠੀਕ ਹੈ, ਦੂਜਾ ਗਲਤ ਹੈ। ਤਾਂ ਇਹਦੇ ਵਿੱਚ ਆਪਾਂ ਕੀ ਕਹਾਂਗੇ? ਪਹਿਲਾ ਤਾਂ ਸਹੀ ਹੈ, ਦੂਜਾ ਗਲਤ ਹੈ। ਤੀਜੀ ਆਪਸ਼ਨ ਹੈ ਜੀ ਆਪਣੇ ਕੋਲ, ਕਥਨ 1 ਸਹੀ ਹੈ ਤੇ 2 ਗਲਤ ਹੈ। ਨੰਬਰ 5, ਨਕਸ਼ੇ ਵਿੱਚ ਦਰਸਾਇਆ ਗਿਆ ਇਲਾਕਾ ਕਿਹੜੀ ਮਿੱਟੀ ਨੂੰ ਦਰਸਾਉਂਦਾ ਗਾ? ਹਾਂਜੀ, ਦੇਖੋ ਆਹ ਵਾਲਾ ਏਰੀਆ ਹੈਗਾ ਵੀ, ਤੇ ਇੱਥੇ ਕਿਹੜੀ ਮਿੱਟੀ ਪਾਈ ਜਾਂਦੀ ਹੈ ਪਿਆਰੇ ਵਿਦਿਆਰਥੀ? ਉੱਥੇ ਪਾਈ ਜਾਂਦੀ ਹੈ ਕਾਲੀ ਮਿੱਟੀ, ਠੀਕ ਹੈ, ਜਿਹੜੀ ਕਿ ਕਪਾਹ ਦੀ ਫਸਲ ਦੇ ਲਈ ਬਹੁਤ ਮਹੱਤਵਪੂਰਨ ਹੁੰਦੀ ਹੈਗੀ। ਇਸ ਕਰਕੇ ਇਸ ਨੂੰ ਕਈ ਵਾਰ ਕਪਾਹੀ ਮਿੱਟੀ ਵੀ ਕਹਿ ਦਿੱਤਾ ਜਾਂਦਾ ਗਾ। ਪ੍ਰਸ਼ਨ ਨੰਬਰ 6, ਮੈਂ ਅੱਜ ਕੱਲ੍ਹ ਇੰਨਾ ਮਹੱਤਵਪੂਰਨ ਹਾਂ ਕਿ ਮੈਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਗਾ। ਹਾਂਜੀ, ਤਰਲ ਸੋਨਾ ਕਿਸ ਨੂੰ ਕਿਹਾ ਜਾਂਦਾ ਗਾ? ਪੈਟਰੋਲੀਅਮ ਨੂੰ। ਪ੍ਰਸ਼ਨ ਨੰਬਰ 7, ਇਹ ਮੂਲ ਅਗਨੀ ਚਟਾਨ ਬਿਜਲੀ ਦਾ ਸਮਾਨ ਬਣਾਉਣ ਦੇ ਕੰਮ ਆਉਂਦੀ ਹੈ। ਇਹ ਚਟਾਨ ਪਰਿਵਰਤਿਤ ਹੋ ਕੇ ਸਿਸਟ ਵਿੱਚ ਬਦਲ ਜਾਂਦੀ ਹੈ। ਹੇਠ ਲਿਖਿਆਂ ਵਿੱਚੋਂ ਇਹ ਕਿਹੜੀ ਹੈ? ਹਾਂਜੀ, ਤਾਂ ਇਹ ਜਿਹੜੀ ਚਟਾਨ ਹੈਗੀ ਜਿਹੜੀ ਪਰਿਵਰਤਿਤ ਹੋ ਕੇ ਸਿਸਟ ਦੇ ਵਿੱਚ ਬਦਲ ਜਾਂਦੀ ਹੈਗੀ, ਠੀਕ ਹੈ, ਇਹਦਾ ਨਾਮ ਹੈਗਾ ਅਬਰਕ, ਠੀਕ ਹੈ। ਤੇ ਅਬਰਕ ਦੀ ਜਿਹੜੀ ਵਰਤੋਂ ਹੈਗੀ ਉਹ ਬਿਜਲੀ ਦਾ ਸਮਾਨ ਬਣਾਉਣ ਦੇ ਲਈ ਕੀਤੀ ਜਾਂਦੀ ਹੈਗੀ। ਨੰਬਰ 8, ਇਹ ਚਿੱਤਰ ਵੇਖ ਕੇ ਪਛਾਣੋ ਕਿ ਦਿੱਤੀਆਂ ਵਸਤੂਆਂ ਕਿਹੜੇ ਧਾਤਵੀ ਖਣਿਜ ਤੋਂ ਬਣੀਆਂ। ਦੇਖੋ ਵੀ ਸਾਨੂੰ ਇੱਥੇ ਚਿੱਤਰ ਸਪਸ਼ਟ ਦਿਖਾਈ ਨਹੀਂ ਦੇ ਰਿਹਾ, ਠੀਕ ਹੈ, ਇਸ ਕਰਕੇ ਅਸੀਂ ਕੋਈ ਵੀ ਆਪਸ਼ਨ ਟਿਕ ਨਹੀਂ ਕਰਾਂਗੇ, ਬਟ ਮੈਂ ਤੁਹਾਨੂੰ ਦੱਸ ਜ਼ਰੂਰ ਦੇਵਾਂਗਾ। ਦੇਖੋ ਜਿਵੇਂ ਲੋਹਾ ਹੈਗਾ ਤਾਂ ਇੱਕ ਛੋਟੀ ਜਿਹੀ ਕਿੱਲ ਤੋਂ ਲੈ ਕੇ, ਠੀਕ ਹੈ, ਜਿਵੇਂ ਅਸੀਂ ਫੱਟੇ ਦੇ ਵਿੱਚ ਕੱਢਣ ਵਾਲੇ ਪੇਚ ਲੈ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਤੱਕ ਸਾਰੀਆਂ ਕਿਸ ਦੀਆਂ ਬਣਾਈਆਂ ਜਾਂਦੀਆਂ ਨੇ? ਲੋਹੇ ਦੀਆਂ, ਠੀਕ। ਬਾਕਸਾਈਟ ਐਲੂਮੀਨੀਅਮ ਦੀ ਕੱਚੀ ਧਾਤ ਹੈਗੀ, ਠੀਕ ਹੈ, ਬਾਕਸਾਈਟ ਐਲੂਮੀਨੀਅਮ ਦੀ ਕੱਚੀ ਧਾਤ ਹੈਗੀ ਅਤੇ ਇਸ ਦੀ ਵਰਤੋਂ ਹਵਾਈ ਜਹਾਜ਼ਾਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ ਕੀਤੀ ਜਾਂਦੀ ਹੈਗੀ। ਇਸ ਤੋਂ ਬਾਅਦ ਤਾਂਬਾ ਆ ਗਿਆ। ਤਾਂਬੇ ਦੀ ਵਰਤੋਂ ਬਿਜਲੀ ਉਦਯੋਗਾਂ ਦੇ ਵਿੱਚ ਵਾਇਰ ਤਾਰਾਂ ਦੇ ਵਿੱਚ ਕੀਤੀ ਜਾਂਦੀ ਹੈ, ਜਾਂ ਫਿਰ ਘਰਾਂ ਦੇ ਵਿੱਚ ਬਰਤਨ ਕੁਝ ਕਿਹੜੇ ਤਾਂਬੇ ਦੇ ਬਣੇ ਹੁੰਦੇ ਨੇ, ਬਰਤਨ ਬਣਾਉਣ ਲਈ ਵੀ ਤਾਂਬੇ ਦੀ ਵਰਤੋਂ ਕੀਤੀ ਜਾਂਦੀ ਹੈ। ਅਬਰਕ ਦੀ ਵੀ ਵੱਡੇ ਪੱਧਰ 'ਤੇ ਜਿਹੜੀ ਵਰਤੋਂ ਹੈਗੀ ਉਹ ਬਿਜਲੀ ਸਮਾਨ ਬਣਾਉਣ ਦੇ ਲਈ ਕੀਤੀ ਜਾਂਦੀ ਹੈਗੀ। ਨਾਲ ਹੀ ਨਾਲ ਰਬੜ ਤਿਆਰ ਕਰਨ ਦੇ ਵਿੱਚ, ਠੀਕ ਹੈ, ਰੰਗ ਰੋਗਨ ਦੇ ਵਿੱਚ ਵੀ ਅਬਰਕ ਦੀ ਵਰਤੋਂ ਕੀਤੀ ਜਾਂਦੀ ਹੈ। ਨੰਬਰ 9, ਰਾਮ ਜਦੋਂ ਕਿਤੇ ਬਾਹਰ ਜਾਂਦਾ ਹੈ ਤਾਂ ਪਰਫਿਊਮ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਗਾ। ਦੱਸੋ ਉਹ ਵਾਤਾਵਰਨ ਵਿੱਚ ਕੀ ਭੂਮਿਕਾ ਨਿਭਾ ਰਿਹਾ ਹੈਗਾ? ਜੀ ਪਰਫਿਊਮ ਦੇ ਨਾਲ ਵੀ ਕੀ ਹੁੰਦਾ ਵੀ ਜਿਹੜੀ ਆਪਾਂ ਪਰਫਿਊਮ ਯੂਜ਼ ਕਰਦੇ ਹਾਂਗੇ, ਸੈਂਟ ਵਗੈਰਾ ਯੂਜ਼ ਕਰਦੇ ਹਾਂ, ਉਹਦੇ ਨਾਲ ਵੀ ਕੀ ਹੁੰਦਾ ਹੈਗਾ? ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਵੱਧਦਾ ਗਾ, ਉਹ ਵਾਯੂ ਪ੍ਰਦੂਸ਼ਣ ਵਧਾ ਰਿਹਾ ਗਾ। ਪ੍ਰਸ਼ਨ ਨੰਬਰ 10, ਵਾਯੂਮੰਡਲ ਦਾ
ਕਿਹੜਾ ਭਾਗ ਹਵਾਈ ਜਹਾਜ਼ਾਂ ਦੀ ਉਡਾਣ ਦੇ ਲਈ ਸਭ ਤੋਂ ਯੋਗ ਹੈ? ਹਾਂਜੀ, ਇਹ ਕਿਹੜਾ ਭਾਗ ਹੈਗਾ? ਸਮਤਾਪ ਮੰਡਲ। ਸਮਤਾਪ ਮੰਡਲ ਦੇ ਵਿੱਚ ਹਵਾਈ ਜਹਾਜ਼ ਆਸਾਨੀ ਦੇ ਨਾਲ ਉੱਡ ਸਕਦੇ ਹੈਗੇ। ਨੰਬਰ 11, ਸੁਖਜੀਤ ਇੱਕ ਪਿੰਡ ਵਿੱਚ ਰਹਿੰਦਾ ਹੈ। ਇੱਕ ਵਾਰ ਉਹ ਆਪਣੇ ਪਿਤਾ ਜੀ ਨਾਲ ਆਪਣੇ ਮਾਮੇ ਨੂੰ ਮਿਲਣ ਦਿੱਲੀ ਗਿਆ। ਸਟੇਸ਼ਨ ਦੇ ਬਾਹਰ ਆਉਂਦੇ ਹੀ ਸਕੂਟਰਾਂ, ਬੱਸਾਂ ਅਤੇ ਉਸਾਰੀ ਦੇ ਕੰਮਾਂ ਕਾਰਨ ਉਸ ਦਾ ਸਾਹ ਲੈਣਾ ਔਖਾ ਹੋ ਗਿਆ। ਉਸ ਦੇ ਪਿਤਾ ਜੀ ਨੇ ਦੱਸਿਆ ਕਿ ਇਹ, ਹਾਂਜੀ, ਇਹਦਾ ਕੀ ਕਾਰਨ ਹੋ ਰਿਹਾ ਹੈ? ਕਿਉਂ ਹੋ ਰਿਹਾ ਹੈਗਾ? ਇਹ ਹਵਾ ਦੇ ਪ੍ਰਦੂਸ਼ਣ ਕਾਰਨ ਹੋ ਰਿਹਾ ਹੈਗਾ। ਇਹ ਸਭ ਹਵਾ ਦੇ ਪ੍ਰਦੂਸ਼ਣ ਕਾਰਨ ਹੋ ਰਿਹਾ ਹੈਗਾ। ਨੰਬਰ 12, ਸੁਖਵੀਰ ਆਪਣੇ ਰੇਡੀਓ ਉੱਪਰ ਪ੍ਰੋਗਰਾਮ ਸੁਣ ਰਿਹਾ ਸੀ। ਅਚਾਨਕ ਉਸਨੇ ਆਪਣੇ ਮਾਤਾ ਜੀ ਨੂੰ ਪੁੱਛਿਆ ਕਿ ਜੋ ਇੱਕ ਸਮਾਜਿਕ ਸਿੱਖਿਆ ਅਧਿਆਪਕ ਹੈ ਕਿ ਅਸੀਂ ਰੇਡੀਓ ਦਾ ਪ੍ਰਸਾਰਣ ਕਿਵੇਂ ਸੁਣ ਸਕਦੇ ਹਾਂ। ਉਸ ਦੀ ਮਾਤਾ ਨੇ ਦੱਸਿਆ ਕਿ ਸਾਡੇ ਵਾਯੂਮੰਡਲ ਦੇ ਵਿੱਚ ਬਹੁਤ ਸਾਰੇ ਬਿਜਲੀ ਅਣੂ ਮਿਲਦੇ ਹਨ ਜੋ ਧਰਤੀ ਦੀਆਂ ਰੇਡੀਓ ਤਰੰਗਾਂ ਨੂੰ ਵਾਪਸ ਧਰਤੀ ਤੇ ਭੇਜ ਦਿੰਦੇ ਹਨ, ਪੁਲਾੜ ਵਿੱਚ ਨਹੀਂ ਜਾਣ ਦਿੰਦੇ। ਇਹ ਬਿਜਲੀ ਕਣ ਵਾਯੂਮੰਡਲ ਦੀ ਕਿਸ ਪਰਤ ਵਿੱਚ ਪਾਏ ਜਾਂਦੇ ਹੈਗੇ? ਹਾਂਜੀ, ਇਹ ਪਾਏ ਜਾਂਦੇ ਨੇ ਆਇਨ ਮੰਡਲ ਦੇ ਵਿੱਚ। ਇਸ ਤੋਂ ਬਾਅਦ ਇਤਿਹਾਸ ਭਾਗ ਹੈ ਆਪਣੇ ਕੋਲ। ਇਤਿਹਾਸ ਭਾਗ ਨਾਲ ਸੰਬੰਧਿਤ ਪ੍ਰਸ਼ਨ ਨੰਬਰ 1 ਹੈ, ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਨਾਮ ਦਿੱਤਾ ਗਿਆ? ਹਾਂਜੀ, ਵੈਦਿਕ ਕਾਲ ਦੇ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਸੀ? ਆਰਿਆਵਰਤ। ਠੀਕ ਹੈ, ਆਰਿਆਵਰਤ। ਨੰਬਰ 14, ਮੰਨ ਲਓ ਤੁਹਾਡੇ ਅਧਿਆਪਕ ਨੇ ਤੁਹਾਨੂੰ ਮੱਧਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਲੇਖ ਲਿਖਣ ਲਈ ਦਿੱਤਾ ਹੈ। ਤੁਸੀਂ ਇਸ ਸੰਬੰਧੀ ਜਾਣਕਾਰੀ ਕਿੱਥੋਂ ਪ੍ਰਾਪਤ ਕਰੋਗੇ? ਹਾਂਜੀ, ਉਸ ਸਮੇਂ ਦੇ ਸਮਾਰਕਾਂ ਦੀ ਸੈਰ ਕਰਕੇ ਪ੍ਰਾਪਤ ਹੋ ਸਕਦੀ ਹੈ। ਅਜਾਇਬ ਘਰ ਵਿੱਚ ਉਸ ਨਾਲ ਸੰਬੰਧਿਤ ਸਿੱਕੇ ਦੇਖ ਕੇ ਇੱਥੋਂ ਵੀ ਪ੍ਰਾਪਤ ਹੋ ਸਕਦੀ ਹੈ। ਉਸ ਸਮੇਂ ਨਾਲ ਸੰਬੰਧਿਤ ਪੁਸਤਕਾਂ ਪੜ੍ਹ ਕੇ ਇੱਥੋਂ ਵੀ ਪ੍ਰਾਪਤ ਹੋ ਸਕਦੀ ਹੈ। ਯਾਨੀ ਕਿ ਉਪਰੋਕਤ ਸਾਰੇ ਇਹਦੇ ਲਈ ਸਹੀ ਉੱਤਰ ਆ ਜਾਏਗਾ। ਨੰਬਰ 15, ਭਾਰਤੀ ਉਪ ਮਹਾਂਦੀਪ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸ਼ਾਮਿਲ ਨਹੀਂ ਹੈ? ਠੀਕ ਹੈ, ਅਗਰ ਅਸੀਂ ਭਾਰਤੀ ਉਪ ਮਹਾਂਦੀਪ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਭੂਟਾਨ, ਨੇਪਾਲ, ਬੰਗਲਾਦੇਸ਼, ਅਫਗਾਨਿਸਤਾਨ, ਪਾਕਿਸਤਾਨ ਤੇ ਭਾਰਤ, ਇਹ ਸਾਰੇ ਸ਼ਾਮਿਲ ਹਨ। ਠੀਕ ਹੈ, ਤੇ ਕਿਹੜਾ ਨਹੀਂ ਹੈ ਵੀ ਇਹਦੇ ਵਿੱਚ? ਇਹਦੇ ਵਿੱਚ ਮਾਲਦੀਵ ਨਹੀਂ ਹੈ। ਤੀਜੀ ਆਪਸ਼ਨ ਆਪਣੇ ਕੋਲ ਆ ਜਾਏਗੀ ਮਾਲਦੀਵ। ਇਸ ਤੋਂ ਬਾਅਦ ਨੰਬਰ 16, ਰਾਸ਼ਟਰਕੂਟ ਰਾਜ ਕਿਹੜੀਆਂ ਦੋ ਨਦੀਆਂ ਦੇ ਵਿਚਕਾਰ ਸੀ? ਹਾਂ, ਜਿਹੜਾ ਰਾਸ਼ਟਰਕੂਟ ਰਾਜ ਸੀ ਇਹਨੂੰ ਕੀ ਕਹਿੰਦਾ ਸੀ ਵੀ? ਦੱਖਣ। ਇਸ ਪ੍ਰਦੇਸ਼ ਨੂੰ ਕੀ ਕਹਿੰਦਾ ਸੀ? ਦੱਖਣੀ ਤੇ ਰਾਸ਼ਟਰਕੂਟ ਰਾਜ ਕਰਦੇ ਸੀ। ਤਾਂ ਦੱਖਣ ਕਿਹੜਾ ਖੇਤਰ ਸੀ? ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਦੇ ਵਿਚਕਾਰ ਵਾਲਾ। ਨੰਬਰ 17, ਇਹ ਤਸਵੀਰ ਚੌਹਾਨ ਵੰਸ਼ ਦੇ ਕਿਸ ਸ਼ਾਸਕ ਦੀ ਹੈ? ਦੇਖੋ, ਬੇਸ਼ੱਕ ਤੁਹਾਨੂੰ ਤਸਵੀਰ ਦਿਖਾਈ ਨਹੀਂ ਦੇ ਰਹੀ, ਪਰ ਚੌਹਾਨ ਵੰਸ਼ ਦਾ ਇੱਕ ਬਹੁਤ ਪ੍ਰਸਿੱਧ ਰਾਜਾ ਸੀ, ਜਿਹਦਾ ਨਾਮ ਸੀ ਪ੍ਰਿਥਵੀ ਰਾਜ ਚੌਹਾਨ। ਨੰਬਰ 18, ਅਧਿਆਪਕ ਜੀ ਨੇ ਜਮਾਤ ਵਿੱਚ ਆਉਂਦਿਆਂ ਹੀ ਵਿਦਿਆਰਥੀਆਂ ਨੂੰ ਦੱਸਿਆ ਕਿ ਜਲਦੀ ਉਹ ਜਮਾਤ ਨੂੰ ਲੈ ਕੇ ਉਸ ਮੰਦਰ ਵਿੱਚ ਜਾਣਗੇ ਜਿੱਥੋਂ ਮਹਿਮੂਦ ਗਜ਼ਨਵੀ ਬਹੁਤ ਸਾਰਾ ਸੋਨਾ, ਚਾਂਦੀ, ਹੀਰੇ ਜਵਾਹਰਾਤ ਲੁੱਟ ਕੇ ਲੈ ਗਿਆ ਸੀ। ਇਹ ਮੰਦਰ ਗੁਜਰਾਤ ਦੇ ਵਿੱਚ ਹੈ। ਕੀ ਤੁਸੀਂ ਦੱਸ ਸਕਦੇ ਹੋ ਅਧਿਆਪਕ ਕਿਹੜੇ ਮੰਦਰ ਦੀ ਗੱਲ ਕਰ ਰਹੇ ਸੀ? ਹਾਂਜੀ, ਕਿਹੜੇ ਮੰਦਰ ਦੀ ਗੱਲ ਕਰ ਰਹੇ ਨੇ ਉਹ? ਸੋਮਨਾਥ ਦਾ ਮੰਦਰ। ਠੀਕ ਹੈ, ਜਿਹਨੂੰ ਮਹਿਮੂਦ ਗਜ਼ਨਵੀ ਨੇ ਲੁੱਟ ਲਿਆ ਸੀ। ਠੀਕ ਹੈ, ਤਾਂ ਸੋਮਨਾਥ ਮੰਦਰ ਦੇ ਜਿਹੜੇ ਦਰਵਾਜ਼ੇ ਸੀ ਵੀ, ਮੇਨ ਗੇਟ ਸੀ, ਠੀਕ ਹੈ, ਉਹ ਵੀ ਕਹਿੰਦੇ ਸੋਨੇ ਦੇ ਬਣੇ ਹੋਏ ਸੀ ਤੇ ਗਜ਼ਨੀ ਉਹਨਾਂ ਦਰਵਾਜ਼ਿਆਂ ਨੂੰ ਵੀ ਆਪਣੇ ਨਾਲ ਲੈ ਗਿਆ ਸੀ। ਨੰਬਰ 19, ਚੌਲ ਰਾਜ ਸਮੇਂ ਪ੍ਰਬੰਧ ਸਮੇਂ ਹਰੇਕ ਪਿੰਡ ਦੀਆਂ ਕਿੰਨੀਆਂ ਸਭਾਵਾਂ ਹੁੰਦੀਆਂ ਸੀ? ਹਾਂਜੀ, ਕਿੰਨੀਆਂ ਸਭਾਵਾਂ ਸੀ? 2। ਠੀਕ ਹੈ, ਕਿਹੜੀਆਂ ਸੀ? ਇੱਕ ਦਾ ਨਾਮ ਸੀ ਉਰ, ਠੀਕ ਹੈ, ਤੇ ਦੂਜੀ ਦਾ ਨਾਮ ਸੀ ਸਭਾ। ਉਰ ਅਤੇ ਸਭਾ। ਨੰਬਰ 20, 5ਵੀਂ ਅਤੇ 6ਵੀਂ ਸਦੀ ਦੌਰਾਨ ਪੱਲਵ ਸ਼ਕਤੀਸ਼ਾਲੀ ਬਣ ਗਏ। ਉਹਨਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾ ਲਿਆ। ਪੱਲਵ ਕਿਹੜੇ ਵੰਸ਼ ਦੇ ਪਤਨ ਤੋਂ ਬਾਅਦ ਸ਼ਕਤੀਸ਼ਾਲੀ ਬਣੇ? ਹਾਂਜੀ, ਸਾਤਵਾਹਨ ਵੰਸ਼ ਦੇ ਪਤਨ ਤੋਂ ਬਾਅਦ। ਜਦੋਂ ਹੀ ਸਾਤਵਾਹਨ ਵੰਸ਼ ਦਾ ਪਤਨ ਹੋਇਆ ਤਾਂ ਇਸ ਤੋਂ ਬਾਅਦ ਪੱਲਵਾਂ ਦੀ ਜਿਹੜੀ ਸ਼ਕਤੀ ਸੀ ਉਹਦੇ ਵਿੱਚ ਬਹੁਤ ਵਾਧਾ ਹੋ ਗਿਆ। ਨੰਬਰ 21, ਮੰਨ ਲਓ ਤੁਸੀਂ ਚੌਲ ਵੰਸ਼ ਦੇ ਇੱਕ ਪਿੰਡ ਵਿੱਚ ਪਹੁੰਚੇ। ਤੁਸੀਂ ਦੇਖਿਆ ਕਿ ਪਿੰਡ ਦੇ ਸਾਰੇ ਬਾਲਗ ਪੁਰਸ਼ ਇਕੱਠੇ ਹੋ ਕੇ ਕਿਸੇ ਝਗੜੇ ਦਾ ਨਿਪਟਾਰਾ ਕਰ ਰਹੇ ਹਨ। ਇਸ ਆਧਾਰ ਉੱਤੇ ਤੁਸੀਂ ਦੱਸ ਸਕਦੇ ਹੋ ਕਿ ਇਸ ਪ੍ਰਸ਼ਾਸਨਿਕ ਸੰਸਥਾ ਨੂੰ ਕੀ ਕਹਿੰਦੇ ਹੈਗੇ? ਹਾਂਜੀ, ਇਸ ਪ੍ਰਸ਼ਾਸਨਿਕ ਸੰਸਥਾ ਨੂੰ ਕੀ ਕਹਿੰਦੇ ਨੇ? ਸਭਾ। ਸਭਾ ਦੇ ਵਿੱਚ ਉਸ ਸਮੇਂ ਦੇ ਜਿਹੜੇ ਪਿੰਡ ਸੀ ਉਹਨਾਂ ਦੇ ਜਿਹੜੇ ਬਾਲਗ ਵਿਅਕਤੀ ਸੀ ਉਹ ਸਾਰੇ ਸ਼ਾਮਿਲ ਹੁੰਦੇ ਸੀ। ਨੰਬਰ 22, ਕੁਤਬ ਮੀਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕਰਵਾਈ ਸੀ? ਹਾਂਜੀ, ਕਿਸ ਨੇ ਸ਼ੁਰੂ ਕਰਵਾਈ ਸੀ ਵੀ? ਕੁਤਬਉੱਦੀਨ ਐਬਕ ਨੇ।
ਪੂਰੀ ਬੇਸ਼ੱਕ ਇਲਤੁਤਮਿਸ਼ ਮਿਸ਼ਨ ਨੇ ਕਰਵਾਈ ਸੀ, ਪਰ ਇਸ ਨੂੰ ਸ਼ੁਰੂ ਕਰਾਉਣ ਦਾ ਜਿਹੜਾ ਸਿਰਾ ਸੀ ਕੁਤਬੁਦੀਨ ਐਬਕ ਦੇ ਸਿਰ। ਨੰਬਰ 23, ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ? ਹਾਂਜੀ, ਖਿਲਜੀ ਵੰਸ਼ ਦਾ ਸੰਸਥਾਪਕ ਸੀ ਜਲਾਲੂਦੀਨ ਖਿਲਜੀ। ਨੰਬਰ 24, ਮੰਨ ਲਓ ਤੁਸੀਂ ਇੱਕ ਕਿਸਾਨ ਹੋ, ਤੁਹਾਡੇ ਰਾਜੇ ਨੇ ਲਗਾਨ ਦੀ ਦਰ ਘੱਟ ਹੀ ਰੱਖੀ ਹੈ। ਉਸਨੇ ਚੰਗੀ ਪੈਦਾਵਾਰ ਲਈ ਨਹਿਰਾਂ ਬਣਾ ਕੇ ਸਿੰਚਾਈ ਦਾ ਵਧੀਆ ਪ੍ਰਬੰਧ ਕੀਤਾ ਹੈ। ਕਈ ਵਾਰ ਤਾਂ ਉਸਨੇ ਕਿਸਾਨਾਂ ਦੇ ਕਰਜ਼ੇ ਵੀ ਮਾਫ ਕੀਤੇ ਹਨ। ਤੁਹਾਡਾ ਰਾਜਾ ਕੌਣ ਹੈ? ਹਾਂਜੀ, ਕੌਣ ਸੀ ਵੀ ਇਹ? ਫਿਰੋਜ਼ ਸ਼ਾਹ ਤੁਗਲਕ, ਜਿਹਨੇ ਇੰਨੇ ਸੁਧਾਰ ਕੀਤੇ ਸੀ, ਫਿਰੋਜ਼ ਸ਼ਾਹ ਤੁਗਲਕ। ਨੰਬਰ 25, ਮੰਨ ਲਓ ਤੁਸੀਂ ਇਸਲਾਮ ਧਰਮ ਨੂੰ ਮੰਨਣ ਵਾਲੇ ਹੋ ਅਤੇ ਦਿੱਲੀ ਸਲਤਨਤ ਕਾਲ ਵਿੱਚ ਰਹਿ ਰਹੇ ਹੋ। ਸਰਕਾਰ ਤੁਹਾਡੇ ਤੋਂ 2.5% ਦੀ ਦਰ ਨਾਲ ਤੁਹਾਡੀ ਜਾਇਦਾਦ ਤੇ ਕਰ ਵਸੂਲ ਕਰਦੀ ਹੈ। ਠੀਕ ਹੈ, ਤੁਸੀਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਰ ਚੁਕਾ ਰਹੇ ਹੋਗੇ? ਠੀਕ ਹੈ, ਇਹ ਤੁਹਾਡੀ ਜਾਇਦਾਦ ਦੇ ਉੱਪਰ ਲੱਗਦਾ ਗਾ, ਤਾਂ ਇਸ ਕਰ ਨੂੰ ਆਪਾਂ ਕਿਹੜਾ ਕਰ ਕਹਿੰਦੇ ਹੈਗੇ? ਜ਼ਕਾਤ। ਅਸੀਂ ਕਿਹੜਾ ਕਰ ਚੁਕਾ ਰਹੇ ਹਾਂਗੇ? ਜ਼ਕਾਤ। ਨੰਬਰ 26, ਮੁਗਲਾਂ ਦੇ ਆਖਰੀ ਪ੍ਰਸਿੱਧ ਸ਼ਾਸਕ ਔਰੰਗਜ਼ੇਬ ਦਾ ਸ਼ਾਸਨ ਕਾਲ ਦੱਸੋ। ਹਾਂਜੀ, ਔਰੰਗਜ਼ੇਬ ਸੀ ਜਿਹੜਾ ਵੀ, ਇਹ 1658 ਤੋਂ ਲੈ ਕੇ 1707 ਈਸਵੀ ਤੱਕ ਆਪਣੇ ਅਹੁਦੇ ਉੱਤੇ ਰਿਹਾ ਸੀ। 1707 ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਨੰਬਰ 27, ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਦੁਆਰਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ? ਹਾਂਜੀ, ਕਿਹੜਾ ਮੁਗਲ ਬਾਦਸ਼ਾਹ ਸੀ ਵੀ ਉਸ ਸਮੇਂ? ਔਰੰਗਜ਼ੇਬ। ਠੀਕ ਹੈ, ਜਿਹੜੇ 5ਵੇਂ ਗੁਰੂ ਸੀ ਗੁਰੂ ਅਰਜਨ ਦੇਵ ਜੀ ਸਮੇਂ ਜਹਾਂਗੀਰ ਸੀ, ਤੇ 9ਵੇਂ ਗੁਰੂ ਸਾਹਿਬ ਵੇਲੇ ਔਰੰਗਜ਼ੇਬ ਸੀ। ਮੁਗਲ ਕਾਲ ਵਿੱਚ ਲਗਾਨ ਇਕੱਠਾ ਕਰਨ ਲਈ ਕਈ ਪ੍ਰਣਾਲੀਆਂ ਸਨ। ਇਹਨਾਂ ਵਿੱਚ ਇੱਕ ਪ੍ਰਣਾਲੀ ਅਨੁਸਾਰ ਜਦੋਂ ਫਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ 3 ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਸੀ। ਇੱਕ ਹਿੱਸਾ ਸਰਕਾਰ ਲਗਾਨ ਦੇ ਰੂਪ ਵਿੱਚ ਲੈ ਲੈਂਦੀ ਸੀ, ਬਾਕੀ 2 ਹਿੱਸੇ ਕਿਸਾਨ ਕੋਲੇ ਰਹਿ ਜਾਂਦੇ ਸਨ। ਕੀ ਤੁਸੀਂ ਇਸ ਪ੍ਰਣਾਲੀ ਦਾ ਨਾਮ ਜਾਣਦੇ ਹੋ? ਹਾਂਜੀ, ਇਸ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਸੀ ਵੀ? ਇਸ ਨੂੰ ਆਪਾਂ ਕਹਿੰਦੇ ਸੀ ਵਟਾਈ ਪ੍ਰਣਾਲੀ। ਠੀਕ ਹੈ, ਵਟਾਈ ਪ੍ਰਣਾਲੀ। ਜਿਹੜੀ ਨਸਕ ਪ੍ਰਣਾਲੀ ਸੀ, ਨਸਕ ਪ੍ਰਣਾਲੀ ਦੇ ਵਿੱਚ ਕੀ ਸੀ? ਪੂਰੇ ਪਿੰਡ ਦੀ ਜਿੰਨੀ ਵੀ ਫਸਲ ਹੁੰਦੀ ਸੀ ਉਸ ਦਾ ਜਿਹੜਾ ਲਗਾਨ ਸੀ ਉਹ ਨਿਸ਼ਚਿਤ ਕੀਤਾ ਜਾਂਦਾ ਸੀ, ਤੇ ਉਹ ਫਿਰ ਪੂਰੇ ਪਿੰਡ ਤੋਂ ਹੀ ਵਸੂਲ ਕੀਤਾ ਜਾਂਦਾ ਸੀ। ਤੇ ਜਿਹੜੀ ਕਨਕੂਦ ਪ੍ਰਣਾਲੀ ਸੀ, ਇਹਦੇ ਵਿੱਚ ਖੜੀ ਫਸਲ ਦਾ, ਠੀਕ ਹੈ, ਜਿਹੜੀ ਫਸਲ ਖੜੀ ਸੀ ਉਸ ਦੇ ਅਨੁਸਾਰ ਹੀ ਖੜੀ ਫਸਲ ਦਾ ਜਿਹੜਾ ਲਗਾਨ ਸੀ ਉਹ ਤੈਅ ਕਰਕੇ ਦੱਸ ਦਿੱਤਾ ਜਾਂਦਾ ਸੀ, ਤੇ ਉਹਨਾਂ ਲਗਾਨ ਫਿਰ ਉਹਨਾਂ ਨੂੰ ਦੇਣਾ ਪੈਂਦਾ ਸੀ। ਨੰਬਰ 29, ਅਕਬਰ ਦੇ ਸਮੇਂ ਲਗਾਨ ਭੂਮੀ ਦਾ ਉਪਜਾਊਪਣ ਦੇਖ ਕੇ ਲਿਆ ਜਾਂਦਾ ਸੀ। ਇੱਕ ਤਰ੍ਹਾਂ ਦੀ ਜ਼ਮੀਨ ਜਿਸ ਉੱਤੇ 1 ਜਾਂ 2 ਸਾਲਾਂ ਦੀ ਫਸਲ ਬੀਜੀ ਜਾਂਦੀ ਸੀ ਤੇ ਲਗਾਨ ਵੀ ਬਹੁਤ ਜ਼ਿਆਦਾ ਨਹੀਂ ਲਿਆ ਜਾਂਦਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਦੀ ਭੂਮੀ ਨੂੰ ਕੀ ਕਹਿੰਦਾ ਸੀ? ਹਾਂਜੀ, ਇਹਨੂੰ ਕੀ ਕਹਿੰਦੇ ਸੀ ਵੀ? ਪ੍ਰੋਤੀ ਭੂਮੀ। ਠੀਕ ਹੈ, ਤਾਂ ਉਸ ਸਮੇਂ ਭੂਮੀ ਦੇ ਉਪਜਾਊਪਣ ਦੇ ਹਿਸਾਬ ਦੇ ਨਾਲ ਭੂਮੀ ਨੂੰ 4 ਵਰਗਾਂ ਦੇ ਵਿੱਚ ਵੰਡਿਆ ਗਿਆ ਸੀ। ਪਹਿਲਾ ਸੀ ਪੋਲਜ਼, ਫਿਰ ਸੀ ਪ੍ਰੋਤੀ, ਤੀਸਰੇ ਨੰਬਰ 'ਤੇ ਛੱਛਰ, ਨੰਬਰ 4 'ਤੇ ਵੰਜਰ। ਪਹਿਲੀਆਂ 2 ਕਾਫੀ ਉਪਜਾਊ ਭੂਮੀਆਂ ਸੀ, ਤੀਜੀ ਬਹੁਤ ਘੱਟ ਸੀ, ਤੇ ਚੌਥੀ ਤਾਂ ਬਿਲਕੁਲ ਡਾਊਨ ਸੀ। ਪ੍ਰਸ਼ਨ ਨੰਬਰ 30, ਐਲੋਰਾ ਵਿਖੇ ਕੈਲਾਸ਼ ਮੰਦਰ ਰਾਸ਼ਟਰਕੂਟ ਸ਼ਾਸਕਾਂ ਦੀ ਭਵਨ ਨਿਰਮਾਣ ਕਲਾ ਦਾ ਇੱਕ ਪ੍ਰਸਿੱਧ ਨਮੂਨਾ ਹੈ। ਕੀ ਤੁਸੀਂ ਦੱਸ ਸਕਦੇ ਹੋ ਇਹ ਮੰਦਰ ਕਿਸ ਸ਼ਾਸਕ ਦੁਆਰਾ ਬਣਾਇਆ ਗਿਆ? ਹਾਂਜੀ, ਕੈਲਾਸ਼ ਜਿਹੜਾ ਮੰਦਰ ਸੀ ਉਹ ਕਿਸ ਨੇ ਬਣਵਾਇਆ ਸੀ? ਕ੍ਰਿਸ਼ਨ ਪਹਿਲੇ ਨੇ। ਇਹ ਰਾਸ਼ਟਰਕੂਟ ਰਾਜਾ ਸੀ ਕ੍ਰਿਸ਼ਨ ਪਹਿਲਾ, ਇਸ ਨੇ ਕੈਲਾਸ਼ ਐਲੋਰਾ ਦੇ ਵਿਖੇ ਕੈਲਾਸ਼ ਮੰਦਰ ਬਣਵਾਇਆ ਸੀ। ਨੰਬਰ 31, ਤਾਜ ਮਹਿਲ ਬਹੁਤ ਸਾਰੀਆਂ ਭਵਨ ਨਿਰਮਾਣ ਕਲਾ ਦੇ ਨਮੂਨਿਆਂ ਦਾ ਸੁਮੇਲ ਹੈ। ਇਹ ਸੰਗਮਰਮਰ ਦਾ ਬਣਿਆ ਹੈ। ਇਹ ਦੂਸਰੇ ਦੇਸ਼ਾਂ ਤੋਂ ਮੰਗਵਾਏ ਗਏ ਕਿੰਨੀ ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ? ਇਸ ਨੂੰ 20 ਤਰ੍ਹਾਂ ਦੇ ਕੀਮਤੀ ਪੱਥਰਾਂ ਦੇ ਨਾਲ। ਠੀਕ ਹੈ, ਤਾਂ ਇਹਦੇ ਨਾਲ ਸੰਬੰਧਿਤ ਅਗਰ ਆਪਾਂ ਹੋਰ ਤੁਹਾਨੂੰ ਗੱਲ ਦੱਸੀਏ ਤਾਂ ਇਹਨੂੰ ਬਣਾਉਣ ਦੇ ਲਈ ਵੀ 20,000 ਕਾਰੀਗਰਾਂ ਨੇ ਕੰਮ ਕੀਤਾ ਸੀ। ਠੀਕ ਹੈ, ਤਕਰੀਬਨ 22 ਸਾਲ ਇਸ ਨੂੰ ਬਣਾਉਣ ਦੇ ਵਿੱਚ ਲੱਗ ਗਏ ਸੀ। ਠੀਕ ਹੈ, ਕਿੰਨੇ ਸਾਲ? 22 ਸਾਲ। ਤੇ ਇਹਦੇ ਉੱਪਰ ਕੁੱਲ ਮਿਲਾ ਕੇ 3 ਕਰੋੜ ਰੁਪਇਆ ਖਰਚਾ ਹੋਇਆ ਸੀ ਵੀ ਉਸ ਸਮੇਂ। ਠੀਕ ਹੈ, ਤੇ ਕਿਹਨੇ ਬਣਵਾਇਆ ਸੀ? ਇਹ ਸ਼ਾਹਜਹਾਂ ਨੇ। ਨੰਬਰ 32, ਮੰਨ ਲਓ ਤੁਸੀਂ ਅਜਮੇਰ ਜਾ ਰਹੇ ਹੋ, ਇੱਥੇ ਇੱਕ ਪ੍ਰਸਿੱਧ ਸੂਫੀ ਸੰਤ ਦੀ ਦਰਗਾਹ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਹੜੀ ਸੂਫੀ ਸੰਤ ਦੀ ਦਰਗਾਹ 'ਤੇ ਜਾਓਗੇ? ਹਾਂਜੀ, ਅਜਮੇਰ ਦੇ ਵਿੱਚ ਕਿਹਨਾਂ ਦੀ ਦਰਗਾਹ ਹੈਗੀ? ਹਾਂਜੀ, ਮੋਈਉਦੀਨ ਚਿਸ਼ਤੀ ਦੀ। ਇਸ ਤੋਂ ਬਾਅਦ ਨਾਰੀ ਸ਼ਾਸਤਰ ਦੇ ਪ੍ਰਸ਼ਨ ਹੈਗੇ ਆਪਣੇ ਕੋਲ,
ਇਸ ਭਾਗ ਦੇ। ਪਹਿਲਾ ਪ੍ਰਸ਼ਨ ਹੈ, ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈਗਾ? ਹਾਂਜੀ, ਕਿਹੜੀ ਸਰਕਾਰ ਨੂੰ? ਲੋਕਤੰਤਰੀ ਸਰਕਾਰ। ਨੰਬਰ 34, ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹੈਗੇ? ਹਾਂਜੀ, ਕਿੰਨੀ ਤਰ੍ਹਾਂ ਦੇ ਨੇ? 2 ਪ੍ਰਕਾਰ ਦੇ, ਨਾਮਾਤਰ ਮੁਖੀ ਤੇ ਅਸਲ ਕਾਰਜਕਾਰੀ ਮੁਖੀ। ਨੰਬਰ 35, ਆਧੁਨਿਕ ਯੁੱਗ ਪ੍ਰਣਾਲੀ ਵਿੱਚ ਲੋਕਤੰਤਰ ਸਰਕਾਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ ਜਾਂਦਾ ਹੈਗਾ, ਪਰ ਇਸ ਦੀ ਸਫਲਤਾ ਕੁਝ ਕਾਰਕਾਂ 'ਤੇ ਨਿਰਭਰ ਕਰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਇਸ ਦੇ ਲਈ ਲੋੜੀਂਦਾ ਕਾਰਕ ਨਹੀਂ ਹੈ? ਠੀਕ ਹੈ, ਜਿਹੜਾ ਜ਼ਰੂਰੀ ਨਹੀਂ ਹੈ। ਦੇਖੋ, ਸੂਝਵਾਨ ਨਾਗਰਿਕ ਹੋਣੇ ਚਾਹੀਦੇ ਨੇ, ਸਮਝਦਾਰ ਅਤੇ ਸੂਝਵਾਨ ਨੇਤਾ ਇਹ ਵੀ ਹੋਣੇ ਚਾਹੀਦੇ ਨੇ, ਸਹਿਣਸ਼ੀਲਤਾ ਵੀ ਹੋਣੀ ਚਾਹੀਦੀ ਹੈ ਲੋਕਾਂ 'ਚ, ਅਮੀਰ ਨਾਗਰਿਕ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈ ਵੀ। ਠੀਕ ਹੈ, ਇਹ ਕੋਈ ਲੋੜੀਂਦਾ ਕਾਰਕ ਨਹੀਂ ਹੈ। ਨੰਬਰ 36, ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ? ਠੀਕ ਹੈ, ਕਥਨ ਨੰਬਰ 1, ਲੋਕਤੰਤਰ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ 2 ਤਰ੍ਹਾਂ ਦੇ ਹੁੰਦੇ ਨੇ, ਨਾਮਾਤਰ ਮੁਖੀ ਤੇ ਅਸਲ ਮੁਖੀ। ਪਹਿਲਾ ਸਹੀ ਹੈ। ਕਥਨ 2, ਸਾਡੇ ਦੇਸ਼ ਵਿੱਚ ਕੇਂਦਰੀ ਸਰਕਾਰ ਦਾ ਨਾਮਾਤਰ ਮੁਖੀ ਰਾਸ਼ਟਰਪਤੀ ਹੈ, ਰਾਜ ਸਰਕਾਰ ਦੇ ਨਾਮਾਤਰ ਮੁਖੀ ਰਾਜਪਾਲ ਹੁੰਦੇ ਹੈਗੇ। ਹਾਂਜੀ, ਇਹ ਦੋਨੋਂ ਸਹੀ ਹੈ ਵੀ, ਇਹ ਵੀ ਸਹੀ ਹੈ। ਯਾਨੀ ਕਿ ਕਥਨ 1 ਅਤੇ ਕਥਨ 2 ਦੋਵੇਂ ਸਹੀ ਨੇ। ਨੰਬਰ 37, ਭਾਰਤ ਵਿੱਚ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਹਾਂਜੀ, ਇਹ ਜ਼ਿੰਮੇਵਾਰੀ ਕਿਸ ਦੀ ਹੈ ਵੀ? ਚੋਣ ਕਮਿਸ਼ਨ ਦੀ, ਇਲੈਕਸ਼ਨ ਕਮਿਸ਼ਨ ਦੀ। ਨੰਬਰ 38, ਭਾਰਤ ਵਿੱਚ ਕਿਹੋ ਜਿਹੀ ਦਲ ਪ੍ਰਣਾਲੀ ਹੈ? ਹਾਂਜੀ, ਭਾਰਤ ਦੇ ਵਿੱਚ ਬਹੁ ਦਲ ਪ੍ਰਣਾਲੀ ਹੈ, ਮਲਟੀ ਪਾਰਟੀ। ਨੰਬਰ 39, ਹੇਠ ਦਿੱਤੀ ਤਸਵੀਰ ਨੂੰ ਪਛਾਣੋ। ਹਾਂਜੀ, ਇਹ ਕੀ ਹੋ ਰਿਹਾ ਹੈਗਾ ਵੀ? ਇੱਕ ਬੈਲਟ ਬਾਕਸ ਦੇ ਵਿੱਚ ਇੱਕ ਬੈਲਟ ਪੇਪਰ ਪਾਇਆ ਜਾ ਰਿਹਾ ਹੈਗਾ, ਤਾਂ ਇਹ ਕੀ ਹੈਗਾ? ਬੈਲਟ ਬਾਕਸ, ਬੈਲਟ ਬਾਕਸ। ਨੰਬਰ 40, ਤੁਸੀਂ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹੋ, ਲੋਕਤੰਤਰ ਦੇ ਨਿਯਮਾਂ ਅਨੁਸਾਰ ਇਸ ਰਾਜਨੀਤਿਕ ਉਦੇਸ਼ ਦੀ ਪ੍ਰਾਪਤੀ ਦੇ ਲਈ ਮਿਲ ਕੇ ਕੰਮ ਕਰਨ ਵਾਲੇ ਵਿਅਕਤੀਆਂ ਦਾ ਇੱਕ ਸਮੂਹ ਬਣਾਇਆ ਹੈ। ਇਸ ਸਮੂਹ ਨੂੰ ਕੀ ਕਹਿੰਦੇ ਹੈਗੇ? ਇਹਨੂੰ ਕੀ ਕਹਿੰਦੇ ਨੇ ਵੀ? ਰਾਜਨੀਤਿਕ ਦਲ, ਪੋਲੀਟੀਕਲ ਪਾਰਟੀਜ਼। ਤਾਂ ਇਹ 40 ਪ੍ਰਸ਼ਨ ਸੀ ਜਿਹੜੇ ਆਪਾਂ ਤੁਹਾਡੇ ਲਈ ਹੱਲ ਕੀਤੇ ਹੈਗੇ। ਇਹ ਤੁਹਾਡੇ ਟਰਮ 1 ਦੇ ਪੇਪਰ ਦੇ ਲਈ ਇੱਕ ਆਪਾਂ ਸੈਂਪਲ ਪੇਪਰ ਤੁਹਾਡਾ ਹੱਲ ਕੀਤਾ ਹੈਗਾ। ਇਸ ਤੋਂ ਤੁਹਾਨੂੰ ਪਤਾ ਲੱਗ ਗਿਆ ਹੈਗਾ ਵੀ ਕਿਹੋ ਜਿਹੇ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ, ਕਿਸ ਪਾਰਟ ਦੇ ਵਿੱਚੋਂ ਕਿਹੜੇ ਪ੍ਰਸ਼ਨ ਤੁਹਾਨੂੰ ਪੁੱਛੇ ਜਾ ਸਕਦੇ ਹੈਗੇ। ਅਤੇ ਬਿਲਕੁਲ ਇਸ ਤਰੀਕੇ ਦਾ 40 ਜਿਹੜੇ MCQs ਕੁਐਸਚਨ ਹੈਗੇ, ਠੀਕ ਹੈ, ਇਹ ਜਿਹਾ ਪੇਪਰ ਤੁਹਾਨੂੰ ਟਰਮ 1 ਦਾ ਆਏਗਾ। ਇਸ ਕਰਕੇ ਆਪਣੀ ਤਿਆਰੀ ਕਰੋ, ਚੈਪਟਰਸ ਨੂੰ, ਕੁਐਸਚਨਸ ਨੂੰ ਧਿਆਨ ਨਾਲ ਪੜ੍ਹੋ, ਤਾਂ ਜੋ ਜਿਹੜਾ ਸਾਡਾ ਪੇਪਰ ਹੈਗਾ ਟਰਮ 1 ਦਾ ਬਹੁਤ ਵਧੀਆ ਹੋ ਸਕੇ। ਠੀਕ ਹੈ ਬੇਟਾ, ਓਕੇ ਜੀ, ਥੈਂਕ ਯੂ।